ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਯਾਨੀ ਕਿ 18 ਦਸੰਬਰ 2021 ਅਤੇ ਸ਼ਾਇਦ ਜਦੋਂ ਇਸ ਤਰੀਕ ਦੀ ਜਾਂ ਇਸ ਦਿਨ ਦੀ ਗੱਲ ਸਾਡੀ ਮਾਨਸਿਕਤਾ ਦੇ ਵਿੱਚ ਆਉਂਦੀ ਹੈ ਤਾਂ ਇੱਕ ਬਹੁਤ ਵੱਡਾ ਸੰਤਾਪ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ, ਕਿਉਂਕਿ ਇਸੇ ਦਿਨ ਹੀ ਦਰਬਾਰ ਸਾਹਿਬ ਦੇ ਅੰਦਰ ਪਿਛਲੇ ਸਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਅਦਬ ਕਰਨ ਦਾ ਯਤਨ ਕੀਤਾ ਗਿਆ ਸੀ। 1 ਸਾਲ ਹੋ ਗਿਆ। ਤਰਾਸਦੀ ਦੀ ਗੱਲ ਇਹ ਹੈ ਕਿ ਅਜੇ ਤੱਕ ਇਸ ਸਾਰੀ ਘਟਨਾ ਦੇ ਪਿੱਛੇ ਕਿਹੜਾ ਤੰਤਰ ਕਾਰਜਸ਼ੀਲ ਸੀ, ਜਿਸ ਵਿਅਕਤੀ ਨੇ ਇੰਨਾ ਵੱਡਾ ਹੌਸਲਾ ਜਾਂ ਜੁਰਤ ਕਰਕੇ ਦਰਬਾਰ ਸਾਹਿਬ ਦੇ ਅੰਦਰ ਮੁੱਖ ਦਰਬਾਰ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਅਦਬ ਕਰਨ ਦਾ ਯਤਨ ਕਰਨਾ ਚਾਹਿਆ। ਉਸ ਦੇ ਪਿੱਛੇ ਤੰਤਰ ਕਿਹੜਾ ਸੀ, ਉਸ ਨੂੰ ਕਿਸ ਨੇ ਭੇਜਿਆ ਸੀ, ਉਹਦਾ ਨਿਸ਼ਾਨਾ ਕੀ ਸੀ, ਔਰ ਉਹਦੇ ਪਿੱਛੇ ਜੇ ਕੋਈ ਜਥੇਬੰਦਕ ਢਾਂਚਾ ਸੀ ਤਾਂ ਕਿਹੜਾ ਸੀ। ਕੌਮ ਦੇ ਸਾਹਮਣੇ ਇਹ ਸੱਚ ਨਹੀਂ ਆ ਸਕਿਆ। ਪਰ ਜੇਕਰ ਤੁਸੀਂ ਗੰਭੀਰਤਾ ਦੇ ਨਾਲ ਇਸ ਗੱਲ ਦਾ ਅਧਿਐਨ ਕਰੋ ਤਾਂ ਇਹ ਘਟਨਾ ਆਪਣੇ ਆਪ ਦੇ ਵਿੱਚ ਸਿੱਖਾਂ ਨੂੰ ਵਿਲੱਖਣ ਤੌਰ 'ਤੇ ਵੰਗਾਰਨ ਵਾਲੀ ਘਟਨਾ ਹੈ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਤੱਕ 1 ਸਾਲ ਤੋਂ ਐਸਾ ਅਵੇਸਲਾਪਨ ਰੱਖਿਆ ਕਿ ਕਈ ਸ਼ੰਕੇ ਐਸੇ ਨੇ ਜਿਹੜੇ ਮਨਾਂ ਦੇ ਵਿੱਚ ਪ੍ਰਗਟ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਇਹ ਸਾਰਾ ਜਿਹੜਾ ਸਾਡਾ ਕਹਿ ਸਕਦੇ ਹੋ ਕਿ ਪ੍ਰਮੁੱਖ ਨੁਮਾਇੰਦਾ ਸੰਸਥਾ ਦਾ ਜਿਹੜਾ ਢਾਂਚਾ ਹੈ ਉਹ ਵੀ ਸ਼ੰਕਿਆਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ, ਜੇਕਰ ਅਸੀਂ ਆਪਣੀ ਕੌਮੀ ਇਤਿਹਾਸ ਦੇ ਤੌਰ ਦੇ ਉੱਪਰ ਜਾਂ ਕੌਮੀ ਤਵਾਰੀਖ ਦੇ ਉੱਪਰ ਸੋਚੀਏ ਤਾਂ ਦਰਬਾਰ ਸਾਹਿਬ ਦੇ ਉੱਪਰ ਪਹਿਲਾਂ ਵੀ ਕਈ ਹਮਲੇ ਹੋਏ ਨੇ, ਬੇਅਦਬੀ ਹੋਈ ਹੈ, ਬੇਹੁਰਮਤੀ ਹੋਈ ਹੈ, ਪਰ ਉਹਨਾਂ ਸਾਰਿਆਂ ਦੇ ਕਾਰਨ ਪ੍ਰਤੱਖ ਸਨ। ਉਸ ਦੇ ਵਿੱਚ ਸਾਨੂੰ ਦੁਸ਼ਮਣ ਦੀ ਸ਼ਨਾਖਤ ਸੀ, ਦੁਸ਼ਮਣ ਨੂੰ ਕਰਨੀ ਦਾ ਫਲ ਵੀ ਭੁਗਤਾ ਦਿੱਤਾ ਗਿਆ। ਨਾਲ ਨਾਲ ਦੋਸ਼ੀ ਨੂੰ ਬੇਸ਼ੱਕ ਇੱਥੇ ਵੀ ਸਜ਼ਾ ਤਾਂ ਦੇ ਦਿੱਤੀ ਗਈ ਹੈ, ਪਰ ਅਜੇ ਤੱਕ ਸਾਡੇ ਸਾਹਮਣੇ ਕਾਰਨ ਤੇ ਪਿੱਛੇ ਦਾ ਜਿਹੜਾ ਕਾਰਜਤੰਤਰ ਹੈ ਉਹਦਾ ਪ੍ਰਤੱਖ ਸਰੂਪ ਸਾਡੇ ਸਾਹਮਣੇ ਨਹੀਂ ਆ ਸਕਿਆ। ਇਸ ਕਰਕੇ ਮੈਂ ਕਹਿੰਦਾ ਕਿ ਇਹ ਵਰਤਾਰਾ ਅਤ ਗੰਭੀਰ ਹੈ। ਦੇਸ਼ ਦੇ ਦੁਸ਼ਮਣ ਦਾ ਮੁਕਾਬਲਾ ਕਰਨਾ ਕੋਈ ਔਖਾ ਨਹੀਂ ਹੁੰਦਾ, ਖਾਸ ਕਰਕੇ ਸਿੱਖਾਂ ਵਰਗੀ ਜੁਝਾਰੂ ਕੌਮ ਦੇ ਵਾਸਤੇ। ਪਰ ਆਣ ਦੇਸ਼ ਦੇ ਦੁਸ਼ਮਣ ਜਿਹੜੇ ਨੇ ਉਹਨਾਂ ਦੇ ਪ੍ਰਤੀ ਜੇਕਰ ਅਸੀਂ ਗੰਭੀਰਤਾ ਦੇ ਨਾਲ ਚਿੰਤਨ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆਵਾਂ ਕੌਮ ਦੇ ਵਾਸਤੇ ਵੱਡੇ ਰੂਪ ਦੇ ਵਿੱਚ ਦਰਪੇਸ਼ ਹੋਣਗੀਆਂ ਅਤੇ ਇਸ ਦੀ ਜਾਂਚ ਅਤੇ ਦੋਸ਼ੀ ਦੇ ਪਿਛਲੇ ਤੰਤਰ ਦੀ ਸ਼ਨਾਖਤ ਹੋਣੀ ਬਹੁਤ ਜ਼ਰੂਰੀ ਹੈ। ਪਹਿਲਾਂ ਦੁਸ਼ਮਣ ਦਾ ਪ੍ਰਗਟ ਸਰੂਪ ਸੀ। ਮੈਂ ਇਤਿਹਾਸ ਦੇ ਵਿੱਚੋਂ, ਕਿਉਂਕਿ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ, ਇਤਿਹਾਸ ਦੇ ਵਿੱਚੋਂ ਮੈਂ ਤੁਹਾਨੂੰ ਅਨੇਕਾਂ ਉਦਾਹਰਨਾਂ ਦੇ ਸਕਦਾ। 1709 ਦੇ ਵਿੱਚ ਉਸ ਵੇਲੇ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਆਇਆ ਹੈ ਤਾਂ ਉਸ ਵੇਲੇ ਵੀ 1709 ਦੇ ਵਿੱਚ ਲਾਹੌਰ ਦੇ ਹਾਕਮ ਅਸਲਮ ਖਾਨ ਦੇ ਵੱਲੋਂ, ਜਦੋਂ ਕਿ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਬਣ ਚੁੱਕਾ ਸੀ, ਉਹਨੇ ਵੀ ਹਮਲਾ ਕੀਤਾ ਸੀ। ਜਦੋਂ ਭਾਈ ਮਨੀ ਸਿੰਘ ਦੀ ਅਗਵਾਈ ਦੇ ਵਿੱਚ ਸਿੰਘਾਂ ਨੇ ਮੁਕਾਬਲਾ ਕੀਤਾ ਸੀ, ਭਾਈ ਤਾਰਾ ਸਿੰਘ ਵਾਹ ਉਹਨਾਂ ਦੇ ਨਾਲ ਸਨ, ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਬੇਟਾ ਭਾਈ ਨਗਾਈਆ ਸਿੰਘ ਉਹਨਾਂ ਦੇ ਨਾਲ ਸੀ, ਉਹਨਾਂ ਦੀ ਸ਼ਹਾਦਤ ਵੀ ਉੱਥੇ ਹੋਈ। ਔਰ ਉਸ ਵੇਲੇ ਤਾਂ ਇੱਕ ਕਹਾਵਤ ਬੜੀ ਮਸ਼ਹੂਰ ਹੋ ਗਈ ਸੀ ਕਿ ਹਰਸਾ ਮਾਰਿਆ ਦੇਵਾ ਭੱਜਾ ਅਸਲਮ ਗਈ ਲਾਹੌਰ, ਕਿ ਜਿਹੜਾ ਹਰਸਾ ਸੀ ਹਰ ਸਹਾਏ ਚੌਧਰੀ ਉਹ ਮਾਰਿਆ ਗਿਆ, ਜਿਹੜਾ ਦੇਵ ਸਹਾਏ ਸੀ ਉਹ ਮੈਦਾਨ ਛੱਡ ਕੇ ਭੱਜ ਗਿਆ ਤੇ ਅਸਲਮ ਤੇ ਲਾਹੌਰ ਦੇ ਵਿੱਚੋਂ ਬਾਹਰ ਹੀ ਨਾ ਨਿਕਲਿਆ। ਸੋ ਜੇਕਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਜਦੋਂ ਨਾਦਰ ਸ਼ਾਹ ਦੀ ਜ਼ਕਰੀਆ ਖਾਨ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਉਹ ਸਿੱਖਾਂ ਦੀ ਅਹਿਮੀਅਤ ਨੂੰ ਸਮਝਦਾ ਤਾਂ ਉਸ ਵੇਲੇ ਵੀ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਦੀ ਇੱਕ ਬੇਅਦਬੀ ਦਾ ਘਟਨਾ ਜਿਹੜੀ ਸਾਡੇ ਇਤਿਹਾਸ ਦਾ ਇੱਕ ਵੱਡਾ ਕਹਿ ਸਕਦੇ ਹੋ ਇੱਕ ਰੂਪ ਦੇ ਵਿੱਚ ਪ੍ਰਗਟ ਹੋਈ ਹੈ। ਉਹ ਸੀ ਜਿਸ ਵੇਲੇ ਕਾਜ਼ੀ ਅਬਦੁਲ ਰਜ਼ਾਕ ਸਿੰਘਾਂ ਦੇ ਕੋਲੋਂ ਸੋਧਿਆ ਗਿਆ ਤਾਂ ਉਸ ਵੇਲੇ ਮੰਡਿਆਲੇ ਦਾ ਚੌਧਰੀ ਮੱਸਾ ਰੰਗੜ ਜਿਹੜਾ ਸੀਗਾ ਉਸ ਨੂੰ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੇ ਵਾਸਤੇ ਨਾ ਉਸ ਵੇਲੇ ਜ਼ਕਰੀਆ ਖਾਨ ਦੇ ਵੱਲੋਂ ਭੇਜਿਆ ਗਿਆ। ਉਸ ਤੋਂ ਅਗਲੇ ਇਤਿਹਾਸ ਨੂੰ ਅਸੀਂ ਸਾਰੇ ਵਾਕਫ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਨੇ ਮੱਸਾ ਰੰਗੜ ਦਾ ਸਿਰ ਵੱਢਿਆ। ਤੇ ਸਾਡੇ ਇਤਿਹਾਸਕ ਸਰੋਤ ਜਿਹੜੇ ਨੇ ਉਸ ਦਾ ਬਿਰਤਾਂਤ ਬੜਾ ਪਿਆਰਾ ਸਿਰਜਦੇ ਨੇ, ਕਹਿੰਦੇ ਮੱਸੇ ਕਾ ਸਿਰ ਸਿੰਘ ਉਤਾਰਿਓ ਜਿਉਂ ਕਰ ਬੇਲੋਂ ਕਦੂਆ ਡਾਰਿਓ। ਸਿੰਘ ਇਸ ਤਰ੍ਹਾਂ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ ਜਿਸ ਤਰ੍ਹਾਂ ਦੇ ਨਾਲ ਇੱਕ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ ਕੱਦੂ ਨੂੰ ਵੇਲ ਦੇ ਨਾਲੋਂ ਲਾਹ ਕੇ ਲੈ ਜਾਂਦਾ ਹੈ। ਉਸ ਤੋਂ ਬਾਅਦ 1752 ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਵਾਪਸ ਮੁੜਦਾ ਹੈ ਦਿੱਲੀ ਦੇ ਇਲਾਕੇ ਦੇ ਵੱਲੋਂ ਤਾਂ ਉਸ ਵੇਲੇ ਜਦੋਂ ਸਿੰਘਾਂ ਦੇ ਵੱਲੋਂ ਖਾਸ ਕਰਕੇ ਭਾਈ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਤੇ ਭਾਈ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ ਦੇ ਵਿੱਚ ਜਿਸ ਵੇਲੇ ਬੰਦੀ ਬਣਾਈਆਂ ਗਈਆਂ, ਬੱਚੀਆਂ ਨੂੰ ਛਡਾਇਆ ਗਿਆ ਤਾਂ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ। 1762 ਦੇ ਵਿੱਚ ਵੱਡਾ ਘੱਲੂਘਾਰਾ, ਜਿਸ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ, ਸਿੱਖ ਤਾਰੀਖ ਦੇ ਵਿੱਚ ਇੱਕ ਅਹਿਮ ਤੱਥ ਹੈ
ਕਿ ਉਸ ਸਮੇਂ ਕੌਮ ਦਾ ਇੰਨਾ ਵੱਡਾ ਨੁਕਸਾਨ ਹੋਇਆ ਕਿ ਸਾਡੇ ਪੁਰਾਤਨ ਸਰੋਤ ਕਹਿੰਦੇ ਨੇ ਕਿ ਲੋਕ ਕਹੇ ਸਿੰਘ ਸਭ ਗਿਆ ਮਾਰਾ, ਬਚਿਓ 50 ਔਰ ਖੱਪ ਗਿਓ ਸਾਰਾ। ਸੋ 1762 ਫਰਵਰੀ ਦੇ ਵੱਡੇ ਘੱਲੂਘਾਰੇ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਵਾਪਸ ਮੁੜਦਾ ਹੈ ਤੇ ਆਪਣੀ ਹੋਈ ਹਾਰ ਦਾ ਬਦਲਾ ਲੈਣ ਦੇ ਵਾਸਤੇ ਫਿਰ ਦਰਬਾਰ ਸਾਹਿਬ ਦੀ ਬੇਅਦਬੀ ਕਰਕੇ ਜਾਂਦਾ ਹੈ, ਔਰ ਉਸ ਬੇਅਦਬੀ ਦੇ ਦੌਰਾਨ ਇੱਕ ਇੱਟ ਜਿਹੜੀ ਉਹਦੇ ਨੱਕ ਦੇ ਉੱਪਰ ਵੱਜਦੀ ਹੈ ਤੇ ਸਾਡੇ ਇਤਿਹਾਸਕ ਸਰੋਤ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਉਹਦੀ ਮੌਤ ਦਾ ਕਾਰਨ ਵੀ ਉਹੀ ਨਾਸੂਰ ਬਣਿਆ। 1764 ਦੇ ਵਿੱਚ ਜਦੋਂ ਬਾਬਾ ਗੁਰਬਖਸ਼ ਸਿੰਘ ਲੀਲ ਜਿਹੜੇ ਆਪਣੇ 30 ਦੇ ਕਰੀਬ ਸਿੰਘਾਂ ਦੇ ਨਾਲ ਉਸ ਵੇਲੇ ਫਿਰ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਦੇ ਨੇ। ਉਸ ਤੋਂ ਬਾਅਦ ਜੇਕਰ ਘਟਨਾਕ੍ਰਮ ਨੂੰ ਵੇਖੀਏ ਤਾਂ ਸਿੱਖ ਰਾਜ ਤੋਂ ਲੈ ਕੇ ਬ੍ਰਿਟਿਸ਼ ਰਾਜ ਦੇ ਦੌਰਾਨ ਇਸ ਤਰ੍ਹਾਂ ਦੀ ਕਿਸੇ ਖਾਸ ਘਟਨਾ ਦਾ ਜ਼ਿਕਰ ਨਹੀਂ ਮਿਲਦਾ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ ਹੋਵੇ। ਪਰ 1955 ਦੇ ਵਿੱਚ ਪੰਜਾਬੀ ਸੂਬਾ ਮੋਰਚਾ ਦੌਰਾਨ ਵੀ ਪੁਲਿਸ ਦੇ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸ ਸਰਕਾਰ ਸੀ ਤੇ 1984 ਦੇ ਵਿੱਚ ਵੀ ਕਾਂਗਰਸ ਸਰਕਾਰ ਦੇ ਵੱਲੋਂ ਇਹ ਗੱਲ ਕੀਤੀ ਗਈ। ਹੁਣ ਜੇਕਰ ਅਸੀਂ ਸਾਰੇ ਵਰਤਾਰੇ ਦੇ ਵਿੱਚ ਵੇਖੀਏ ਤਾਂ ਚਾਹੇ ਉਹ ਮੱਸਾ ਰੰਗੜ ਸੀ, ਚਾਹੇ ਅਹਿਮਦ ਸ਼ਾਹ ਅਬਦਾਲੀ ਸੀ, ਚਾਹੇ ਬਾਬਾ ਗੁਰਬਖਸ਼ ਸਿੰਘ ਦੇ ਸਮੇਂ ਜਿਸ ਨਵਾਬ ਨੇ ਹਮਲਾ ਕੀਤਾ, ਜਾਂ ਫਿਰ ਇਸ ਤੋਂ ਪਹਿਲਾਂ ਭਾਈ ਮਨੀ ਸਿੰਘ ਦੇ ਸਮੇਂ ਜਿਹੜਾ ਚੌਧਰੀ ਹਰਸਹਾਈ ਸੀ, ਜਾਂ ਉਹਦੇ ਤੋਂ ਬਾਅਦ ਦੇ ਵਿੱਚ 1984 ਦੇ ਵੇਲੇ ਕਾਂਗਰਸ ਦੀ ਜਿਹੜੀ ਮੁਖੀ ਸੀ ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ, ਇਹਨਾਂ ਸਾਰਿਆਂ ਨੂੰ ਹੀ ਕਰਨੀ ਦਾ ਫਲ ਭੁਗਤਾਇਆ ਗਿਆ ਸਿੱਖ ਕੌਮ ਦੇ ਯੋਧਿਆਂ ਤੇ ਜੁਝਾਰੂਆਂ ਦੇ ਵੱਲੋਂ। ਪਰ ਇਹ ਜਿਹੜੀ 21 ਦੀ ਬੇਅਦਬੀ ਹੋਈ ਹੈ, ਬੇਸ਼ੱਕ ਇਹਦੇ ਵਿੱਚ ਵੀ ਦੋਸ਼ੀ ਦਾ ਸੋਧਾ ਲਾ ਦਿੱਤਾ ਗਿਆ, ਪਰ ਕਾਰਨ ਅਜੇ ਸਪਸ਼ਟ ਨਹੀਂ। ਔਰ ਉਹਨਾਂ ਕਾਰਨਾਂ ਦੀ ਜਿਹੜੀ ਮੈਂ ਪਹਿਲਾਂ ਵੀ ਆਰੰਭ ਦੇ ਵਿੱਚ ਕਿਹਾ ਸੀ ਕਿ ਉਹਨਾਂ ਕਾਰਨਾਂ ਦੀ ਜਿਹੜੀ ਸ਼ਨਾਖਤ ਹੋਣੀ ਹੈ ਉਹ ਬਹੁਤ ਜ਼ਰੂਰੀ ਹੈ। ਔਰ ਖਾਸ ਕਰਕੇ ਅੱਜ ਮੈਂ ਜਦੋਂ ਇਸ ਦੇ ਬਾਰੇ ਲਿਖ ਰਿਹਾ ਸੀ ਤਾਂ ਇੱਕ ਬਹੁਤ ਹੀ ਕਾਬਲ ਵਕੀਲ ਵੀਰ ਸਰਬਜੀਤ ਸਿੰਘ ਵੇਰਕਾ, ਜਿਨ੍ਹਾਂ ਨੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ। ਔਰ ਇੱਥੇ ਨਹੀਂ ਬਲਕਿ ਜਿਹੜੇ ਪੁਲਿਸ ਅਫਸਰਾਂ ਦੇ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਾਰਨ ਦੇ ਕਤਲ ਕੀਤਾ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਉਹਨਾਂ ਦੀਆਂ ਲਾਸ਼ਾਂ ਵੀ ਵਾਰਸਾਂ ਨੂੰ ਨਾ ਦਿੱਤੀਆਂ ਗਈਆਂ। ਉਹਨਾਂ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਿਵਾਉਣ ਦਾ ਜੇਕਰ ਮੈਂ ਕਹਿੰਦਾ ਕਿ ਇੱਕ ਵਕੀਲ ਦੇ ਤੌਰ 'ਤੇ ਸਿਹਰਾ ਜਾਂਦਾ ਹੈ ਤੇ ਸਰਦਾਰ ਸਰਬਜੀਤ ਸਿੰਘ ਦੇ ਸਿਰ ਜਾਂਦਾ ਹੈ। ਵਕਾਲਤ ਦੇ ਨਾਲ ਨਾਲ ਉਹ ਪੰਥਕ ਕਾਰਜਾਂ ਅਤੇ ਪੰਥਕ ਖੇਤਰ ਦੇ ਵਿੱਚ ਵੀ ਆਪਣਾ ਅਹਿਮ ਸਥਾਨ ਰੱਖਦੇ ਨੇ। ਅੱਜ ਉਹਨਾਂ ਨੇ ਜਦੋਂ ਟਿੱਪਣੀ ਕੀਤੀ ਇਸ ਸਾਰੇ ਵਰਤਾਰੇ ਦੇ ਉੱਪਰ ਤੇ ਉਸ ਟਿੱਪਣੀ ਦੇ ਜਿਹੜੇ ਸ਼ਬਦ ਨੇ ਉਹ ਬੜੇ ਅਹਿਮ ਨੇ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਮਝਣ ਦਾ, ਘੋਖਣ ਦਾ ਜਿਹੜਾ ਉਹ ਮੌਕਾ ਮਿਲੇਗਾ। ਉਹ ਲਿਖਦੇ ਨੇ, ਐਬਸੋਲਿਊਟਲੀ ਦਿਸ ਪਰਸਨ ਵਾਜ਼ ਕਾਟ ਇਨ ਦਾ ਮਾਰਨਿੰਗ ਐਂਡ ਹੈਂਡਡ ਓਵਰ ਟੂ SGPC ਟਾਸਕ ਫੋਰਸ ਬਟ surprisingly released immediately, and again he entered and tried to disrespect the Sri Guru Granth Sahib and caught, detained, killed, but conspiracy behind is never exposed। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਰਦਾਰ ਸਰਬਜੀਤ ਸਿੰਘ ਵੇਰਕਾ ਨੇ ਜਿਹੜੀ ਟਿੱਪਣੀ ਕੀਤੀ ਹੈ ਉਹਦੀ ਰੋਸ਼ਨੀ ਦੇ ਵਿੱਚ ਬਹੁਤ ਕੁਝ ਸਮਝਣ ਦੀ ਲੋੜ ਹੈ ਤੇ ਆਪਣੇ ਆਪ ਦੇ ਵਿੱਚ ਉਹਨਾਂ ਨੇ ਅਨੇਕਾਂ ਸਵਾਲ ਜਿਹੜੇ ਨੇ ਉਹ ਸਾਡੇ ਸਾਹਮਣੇ ਤੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਦੇ ਸਾਹਮਣੇ ਖੜੇ ਕਰ ਦਿੱਤੇ ਨੇ। ਪਹਿਲੀ ਗੱਲ ਇਹ ਹੈ ਕਿ ਜਦੋਂ ਦੋਸ਼ੀ ਦੇ ਬਾਰੇ ਪਤਾ ਲੱਗਾ ਉਸ ਦੀਆਂ ਹਰਕਤਾਂ ਤੋਂ ਕਿ ਉਹਦੀਆਂ ਜਿਹੜੀਆਂ ਹਰਕਤਾਂ ਨੇ ਉਹ ਸ਼ੱਕੀ ਨੇ, ਤਾਂ ਸੰਗਤ ਨੇ ਫੜ ਕੇ ਦੋਸ਼ੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਹਵਾਲੇ ਕੀਤਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਟਾਸਕ ਫੋਰਸ ਦੇ ਵੱਲੋਂ ਉਸ ਨੂੰ ਛੱਡਿਆ ਕਿਉਂ ਗਿਆ। ਦੂਸਰੀ ਗੱਲ, ਉਸ ਦੀ ਸਜ਼ਾ ਦੇਣ ਤੋਂ ਪਹਿਲਾਂ, ਉਸ ਨੂੰ ਪੰਜਾਬੀ ਸ਼ਬਦਾਂ 'ਚ ਕਹਿ ਲਈਏ ਕਿ ਕਰਨੀ ਦਾ ਫਲ ਭੁਗਤਾਉਣ ਤੋਂ ਪਹਿਲਾਂ ਜਿਹੜੀ ਤਫਤੀਸ਼ ਉੱਥੋਂ ਦੇ ਜਾਂ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਅਧਿਕਾਰੀਆਂ ਨੇ ਜਾਂ ਸੰਗਤ ਨੇ ਕੀਤੀ ਹੋਵੇ ਤੇ ਉਹਦਾ ਕੋਈ ਤੱਥ ਜਿਹੜਾ ਉਹਨਾਂ ਨੂੰ ਖਾਸ ਪ੍ਰਾਪਤ ਹੋਇਆ ਹੋਵੇ, ਅਜੇ ਤੱਕ ਸੰਗਤ ਦੇ ਸਾਹਮਣੇ ਨਹੀਂ ਆਇਆ। ਅਗਲੀ ਗੱਲ ਆ ਜਾਂਦੀ ਹੈ ਪੁਲਿਸ ਤਫਤੀਸ਼ ਦੀ। ਪੁਲਿਸ ਤਫਤੀਸ਼ ਕਿੱਥੇ ਖੜੀ ਹੈ ਤੇ ਕਿਸ ਸਿੱਟੇ ਉੱਪਰ ਪਹੁੰਚੀ ਹੈ, ਅਜੇ ਤੱਕ ਸੰਗਤ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਉਹ ਸਭ ਤੋਂ ਵੱਡੀ ਗੱਲ ਹੈ ਕਿ ਉਸ ਦੀ ਰਿਹਾਇਸ਼, ਉਸ ਦਾ ਪਤਾ, ਉਸ ਦੀ ਸ਼ਨਾਖਤ, ਉਸ ਦੀਆਂ ਫੋਨ ਕਾਲਸ, ਕਿਉਂਕਿ ਇੱਕ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ੍ਹ ਕਿਸੇ ਹੋਟਲ ਦੇ ਵਿੱਚ, ਹੋਸਟਲ ਦੇ ਵਿੱਚ, ਸਰਾਂ ਦੇ ਵਿੱਚ ਜਾਂ ਕਿਸੇ ਵੀ ਗੈਸਟ ਹਾਊਸ ਦੇ ਵਿੱਚ ਠਹਿਰਨਾ ਹੋਵੇ ਤਾਂ ਹਮੇਸ਼ਾ ਹੀ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹ ਰਿਹਾਇਸ਼ ਦੇ ਸਬੂਤ ਦੇ ਤੌਰ 'ਤੇ ਆਧਾਰ ਕਾਰਡ ਜਾਂ ਕੋਈ ਹੋਰ ਸ਼ਨਾਖਤ ਕਾਰਡ ਤੇ ਫ਼ੋਨ ਨੰਬਰ ਜ਼ਰੂਰ ਲੈਂਦੇ ਨੇ। ਪਰ ਅਜੇ ਤੱਕ ਉਹ ਕੁਛ ਵੀ ਸਾਹਮਣੇ ਨਹੀਂ ਆ ਸਕਿਆ। ਜਦੋਂ ਇਹ ਸਾਰੇ ਅਹਿਮ ਤੱਥ ਜਿਹੜੇ ਨੇ ਉਹਨਾਂ ਦੇ ਉੱਪਰ ਹੌਲੀ ਹੌਲੀ ਪਰਦਾ ਪੈਂਦਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਇੰਝ ਲੱਗਦਾ ਹੈ ਕਿ ਉਹਦੇ ਪਿੱਛੇ ਜਿਹੜਾ ਇੱਕ ਵੱਡਾ ਤੰਤਰ ਹੈ ਉਸ ਨੂੰ ਕਿਤੇ ਨਾ ਕਿਤੇ ਪਰਦੇ ਦੇ ਹੇਠ ਰੱਖਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾ ਰਿਹਾ। ਅਗਲੀ ਗੱਲ ਹੈ ਕਿ ਜੇਕਰ ਤਫਤੀਸ਼ ਕਿਸੇ ਸਿੱਟੇ ਦੇ ਉੱਪਰ ਪਹੁੰਚੀ ਹੈ
ਤਾਂ ਉਸ ਦੇ ਬਾਰੇ ਵੀ ਸਪਸ਼ਟ ਕਰਨਾ ਚਾਹੀਦਾ ਹੈ। ਤੇ ਜੇਕਰ ਚੱਲ ਰਹੀ ਤਫਤੀਸ਼ ਦੇ ਦੌਰਾਨ ਜਾਣਕਾਰੀ ਜਨਤਕ ਕਰਨ ਦੇ ਨਾਲ ਇਸ ਇਨਵੈਸਟੀਗੇਸ਼ਨ ਦੇ ਉੱਪਰ ਕੋਈ ਅਸਰ ਪੈਂਦਾ ਹੈ, ਤਾਂ ਵੀ ਇਸ ਨੂੰ ਗੱਲ ਨੂੰ ਜਨਤਕ ਕਰਨਾ ਚਾਹੀਦਾ ਹੈ। ਕਿਉਂਕਿ ਮੈਂ ਕਹਿੰਦਾ ਕਿ ਕੋਈ ਵੱਡੇ ਤੋਂ ਵੱਡਾ ਮੂਰਖ, ਮੰਦਬੁੱਧੀ ਜਾਂ ਨਸ਼ੇਬਾਜ਼ ਵਿਅਕਤੀ ਵੀ ਹੋਵੇ, ਉਹ ਬਿਨਾਂ ਕਿਸੇ ਤਾਕਤ ਤੋਂ, ਕਿ ਬਿਹਾਈਂਡ ਦਾ ਸੀਨ ਉਹਦੇ ਪਿੱਛੇ ਤੰਤਰ ਕਿਹੜਾ ਹੈ, ਉਹ ਇੰਨੀ ਵੱਡੀ ਜੁਰਤ ਨਹੀਂ ਕਰ ਸਕਦਾ। ਪਰ ਅਜੇ ਤੱਕ ਮੈਨੂੰ ਇੰਝ ਲੱਗਦਾ ਹੈ ਕਿ ਵੈਸੇ ਤਾਂ 1 ਸਾਲ ਬੀਤ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਛੋਟੇ ਜਿਹੇ ਪਰਚੇ ਦੇ ਰੂਪ ਦੇ ਵਿੱਚ ਇੱਕ ਚਿੱਟਾ ਚਿੱਠਾ ਜਿਹੜਾ ਜਾਰੀ ਕਰ ਦੇਣਾ ਚਾਹੀਦਾ ਸੀ ਕਿ ਆਹ ਵਿਅਕਤੀ ਸੀ, ਆਹ ਇਹਦੇ ਪਿੱਛੇ ਕਾਰਨ ਸੀ, ਆਹ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ, ਇਨਵੈਸਟੀਗੇਸ਼ਨ ਦੇ ਵਿੱਚ ਆਹ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ। ਪਰ ਇਸ ਬੇਅਦਬੀ ਦੇ ਯਤਨ ਤੋਂ ਬਾਅਦ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਨੇ। ਜੇਕਰ ਅਸੀਂ ਇਹਨਾਂ ਗੱਲਾਂ ਨੂੰ ਸੰਜੀਦਗੀ ਦੇ ਨਾਲ, ਗੰਭੀਰਤਾ ਦੇ ਨਾਲ ਨਹੀਂ ਕਹਿਣਾ ਲਵਾਂਗੇ, ਤਾਂ ਮੇਰੇ ਦਿਮਾਗ ਦੇ ਵਿੱਚ ਡਾਕਟਰ ਮੁਹੰਮਦ ਇਕਬਾਲ ਦਾ ਇੱਕ ਸ਼ੇਰ ਜ਼ਰੂਰ ਆ ਜਾਂਦਾ ਹੈ, ਜੇ ਮਿਸਰਾ ਲਿਖ ਦਿਆ ਕਿसी शौख ने महराब मस्जिद पर के नादां झुक गए सिजदों में जब वक्ते क़याम आया। ਕਿ ਜਦੋਂ ਲੋੜ ਸੀ ਬੋਲਣ ਦੀ ਉਦੋਂ ਤਾਂ ਅਸੀਂ ਚੁੱਪ ਰਹੇ, ਤੇ ਜਦੋਂ ਲੋੜ ਹੀ ਨਾ ਰਹੀ, ਜਦੋਂ ਬੋਲਣ ਦਾ ਕੋਈ ਫਾਇਦਾ ਹੀ ਨਾ ਰਿਹਾ, ਫਿਰ ਉਦੋਂ ਬੋਲਣ ਦਾ ਵੀ ਕੀ ਫਾਇਦਾ। ਹੁਣ ਮੌਕਾ ਹੈ ਸਾਡੀਆਂ ਸੰਸਥਾਵਾਂ, ਸਾਡੀਆਂ ਪੰਥਕ ਜਥੇਬੰਦੀਆਂ, ਸਾਡੇ ਪੰਥਕ ਵੀਰ, ਸਾਡੇ ਚਿੰਤਕ, ਦੂਰ ਅੰਦੇਸ਼ ਤੇ ਰੌਸ਼ਨ ਜ਼ਮੀਰ ਜਿਹੜੇ ਸਾਡੇ ਵਿਦਵਾਨ ਨੇ, ਉਹ ਇਸ ਮੁੱਦੇ ਨੂੰ ਧਿਆਨ ਦੇ ਨਾਲ, ਅਹਿਮੀਅਤ ਦੇ ਨਾਲ ਸੰਗਤ ਦੇ ਸਾਹਮਣੇ ਰੱਖਣ ਦਾ ਯਤਨ ਜ਼ਰੂਰ ਕਰਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।